ਸਤਿ ਸ੍ਰੀ ਅਕਾਲ ਦੋਸਤੋ, ਮੇਰੇ ਸਾਰੇ ਵਿਊਅਰਸ ਨੂੰ ਬਹੁਤ-ਬਹੁਤ ਸਲਾਮ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਲੁਧਿਆਣਾ ਦੇ ਇੱਕ ਬਹੁਤ ਹੀ ਸੀਨੀਅਰ ਕਾਉਂਸਲ ਦੀ ਇੱਕ ਛੋਟੀ ਜੀ ਇੱਕ ਇੰਟਰਵਿਊ ਲੈਣਗੇ ਤੇ ਉਸ ਇੰਟਰਵਿਊ ਦੇ ਦੌਰਾਨ ਅਸੀਂ ਉਹਨਾਂ ਦੀ ਲਾਈਫ ਬਾਰੇ ਪੁੱਛਗਿੱਛ ਕਰਾਂਗੇ। ਪਲੱਸ ਹੁਣੇ ਹੀ ਉਹਨਾਂ ਨੇ ਇੱਕ ਲੇਟੈਸਟ ਇੱਕ ਬੁੱਕ ਲਿਖੀ ਹੈ। ਮੇਨ ਇਹ ਇੰਟਰਵਿਊ ਦਾ ਫੋਕਸ ਉਹਨਾਂ ਨੂੰ ਜਾਣਨ ਦੇ ਨਾਲ ਉਸ ਬੁੱਕ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਉਹਦੀ ਡਿਟੇਲਸ ਲਵਾਂਗੇ। ਤੇ ਮੇਰੇ ਨਾਲ ਨੇ ਅੱਜ ਸਾਡੇ ਇੱਕ ਬਾਰ ਦੇ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਲੁਧਿਆਣਾ ਦੇ ਸੀਨੀਅਰ ਕਾਉਂਸਲ ਮਨੀਸ਼ ਪੁਰੰਗ ਜੀ। ਭਈਆ ਸਵਾਗਤ ਹੈ ਤੁਹਾਡਾ। ਥੈਂਕ ਯੂ ਜੀ, ਸਾਰਿਆਂ ਨੂੰ ਨਮਸਕਾਰ, ਸਤਿ ਸ੍ਰੀ ਅਕਾਲ। ਅੱਛਾ ਭਈਆ, ਪਹਿਲਾਂ ਤਾਂ ਅੱਜ ਮੈਂ ਤੁਹਾਡੇ ਤੋਂ ਇੱਕ ਸਵਾਲ ਸੀਗਾ ਕਿ ਵੀ ਤੁਸੀਂ ਕਿੰਨੀ ਦੇਰ ਤੋਂ ਐਜ਼ ਵਕੀਲ ਦੇ ਤੌਰ ਤੇ ਪ੍ਰੈਕਟਿਸ ਕਰ ਰਹੇ ਹੋ? ਮੈਂ 2001 ਦੇ ਵਿੱਚ ਸ਼ੁਰੂ ਕੀਤੀ ਸੀ ਵਕਾਲਤ। ਅੱਛਾ, 2001। ਹਾਂ, ਲਗਭਗ 22 ਸਾਲ ਹੋ ਗਏ ਨੇ। ਅੱਛਾ। ਪਰ ਜੇ ਮੈਂ ਸ਼ੁਰੂ ਤੋਂ ਹੀ ਵਕਾਲਤ ਦੀ ਲਾਈਨ ਫੜਿਆ ਹੁੰਦਾ ਤਾਂ ਸ਼ਾਇਦ ਇਹ 25-30 ਸਾਲ ਹੋਏ ਨੇ। ਇਸ ਤੋਂ ਪਹਿਲਾਂ ਮੈਂ ਮਕੈਨੀਕਲ ਇੰਜੀਨੀਅਰਿੰਗ ਕੀਤੀ ਹੈ। ਵੈਰੀ ਗੁੱਡ, ਐਕਸਲੈਂਟ। ਬਾਅਦ ਚੋਂ ਫਿਰ ਮੈਂ ਲਾਅ ਦੀ ਲਾਈਨ ਚੇਂਜ ਕਰਕੇ ਲਾਅ ਕੀਤੀ ਹੈ। ਵੈਰੀ ਗੁੱਡ, ਐਕਸਲੈਂਟ ਹੋਈ ਹੈ। ਆ ਤਾਂ ਮੈਨੂੰ ਮੈਨੂੰ ਵੀ ਨਹੀਂ ਪਤਾ ਸੀਗਾ। ਮੈਂ 14-15 ਸਾਲ ਤੋਂ ਹਾਲਾਂ ਤੁਹਾਨੂੰ ਜਾਣਦਾ ਤਾਂ ਪਰ ਮੈਨੂੰ ਨਹੀਂ ਪਤਾ ਸੀਗਾ। ਐਂਡ ਜੇ ਤੁਹਾਡਾ ਇੰਨਾ ਟਾਈਮ ਦਾ ਹੋ ਗਿਆ ਪਰ ਫਿਰ ਵੀ ਮੈਂ ਇੱਕ ਹੋਰ ਚੀਜ਼ ਹੈ, ਸ਼ੁਰੂਆਤ ਤਾਂ ਬੁੱਕ ਵੱਲ ਤਾਂ ਆਪਾਂ ਵਧਾਂਗੇ, ਪਰ ਇਹ ਗੱਲ ਇਹ ਹੈ ਕਿ ਵੀ ਤੁਸੀਂ ਫਿਰ ਫਿਟਨੈਸ ਵੀ ਬੜੀ ਅੱਛੀ ਮੇਨਟੇਨ ਕੀਤੀ ਹੋਈ ਹੈ। ਲੱਗਦਾ ਨਹੀਂ ਕਿ ਵੀ ਤੁਸੀਂ ਇੰਨਾ ਟਾਈਮ ਇੱਥੇ ਸਪੈਂਡ ਕੀਤਾ ਹੋਇਆ। ਅੱਛਾ ਭਈਆ, ਤੁਹਾਡੇ ਤੋਂ ਮੈਂ ਇੱਕ ਗੱਲ ਹੋਰ ਪੁੱਛਣੀ ਸੀਗੀ ਕਿ ਆਪਣਾ ਇੰਨੇ ਦੇਰ ਦੀ ਤੁਹਾਡੀ ਪ੍ਰੈਕਟਿਸ ਹੋ ਗਈ ਹੈ, ਠੀਕ ਹੈ, ਯੂ ਆਰ ਵਨ ਆਫ ਦਾ ਸੀਨੀਅਰ ਕਾਉਂਸਲ ਆਫ DBA ਲੁਧਿਆਣਾ, ਤੇ ਇਹਦੇ ਵਿੱਚ ਤੁਸੀਂ ਆਪਣੇ ਇਸ ਜਰਨੀ ਦੇ ਵਿੱਚ ਇੰਨੇ ਸਾਰੇ ਕੇਸਿਸ ਦੇਖੇ, ਸੈਂਕੜੋਂ ਦੇਖ ਦਿੱਤੇ ਹੋਣੇ ਹੁਣ ਤੱਕ ਤਾਂ, ਸੈਂਕੜੋਂ ਹਜ਼ਾरों ਕੇਸਿਸ ਦੇਖ ਦਿੱਤੇ ਹੈ। ਤੁਸੀਂ ਕਿਹੜੇ ਫੀਲਡ ਦੇ ਕੇਸਿਸ ਦੇਖੇ ਹੈ? ਦੇਖੋ, ਬੀਇੰਗ ਫੌਜਦਾਰੀ ਵਕੀਲ ਮੈਂ ਕ੍ਰਿਮੀਨਲ ਸਾਰੇ ਕੇਸ ਦੇਖਦਾ, ਪਰ ਅੱਜ ਕੱਲ੍ਹ ਜਿਹੜੇ ਨੇ ਜ਼ਿਆਦਾ ਕੇਸ ਨਸ਼ੇ ਦੇ ਨੇ, 138 ਦੇ ਨੇ, ਨਸ਼ੇ ਦੇ ਨੇ, ਹਾਂ, ਮੈਟਰੀਮੋਨੀਅਲ ਕੇਸਿਸ ਨੇ, ਤੇ ਖਾਸ ਕਰਕੇ ਆ ਰੇਪ ਕੇਸਿਸ ਜਿਹੜੇ ਨੇ ਇਹ ਬਹੁਤ ਨੇ। ਇਹੀ ਕੇਸ ਚੱਲਦੇ ਆ। ਤੇ ਮੈਂ ਦੇਖਿਆ ਆਪਣੇ ਵਕਾਲਤ ਦੇ ਸਮੇਂ ਕਿ ਜਿਹੜੇ ਰੇਪ ਕੇਸਿਸ ਜਾਂ ਡੌਰੀ ਦੇ ਕੇਸਿਸ ਨੇ, ਇਹਨਾਂ 'ਚੋਂ ਬਹੁਤ ਜਿਹੜੇ ਕੇਸ ਗਿਣਤੀ ਜਿਹੜੀ ਜ਼ਿਆਦਾ ਹੈ ਉਹ ਝੂਠੇ ਕੇਸਾਂ ਦੀ। ਅੱਛਾ ਜੀ। ਤੇ ਮੈਂ ਬੰਦਿਆਂ ਨੂੰ ਰੋਂਦੇ ਵੀ ਦੇਖਿਆ। ਕੇਸ ਜਦੋਂ ਫੇਸ ਕਰਦੇ ਨੇ, ਸਾਰੀ ਫੈਮਿਲੀ ਇੱਥੇ ਕਚਹਿਰੀ 'ਚ ਆਉਂਦੀ ਹੈ, ਰੱਬ ਕਰਦੀ ਹੈ, ਕਿਉਂਕਿ ਝੂਠੇ ਕੇਸ ਦੇ ਵਿੱਚ ਜਦੋਂ ਬੰਦਾ ਫਸ ਜਾਂਦਾ, ਚਾਹੇ ਬਰੀ ਵੀ ਹੋ ਜਾਵੇ, ਪਰ ਉਹਦੇ 'ਤੇ ਜਿਹੜਾ ਕੇਸ ਦਾ, ਰੇਪ ਕੇਸ ਦਾ ਸਟਿਗਮਾ ਲੱਗ ਜਾਂਦਾ, ਉਹ ਸਾਰੀ ਉਮਰ ਉਹਦੇ ਨਾਲ ਲੱਗਾ ਰਹਿੰਦਾ। ਤੇ ਫਿਰ ਮੇਰੇ ਇੱਕ ਦੋਸਤ ਨੇ ਲੁਧਿਆਣੇ ਤੇ ਬਹੁਤ ਫੇਮਸ ਸਰਜਨ ਨੇ, ਡਾਕਟਰ KK ਅਰੋੜਾ। ਅੱਛਾ ਜੀ। ਉਹਨਾਂ ਦੇ ਪ੍ਰਾਪਰਟੀ ਦੇ ਕੇਸ ਚੱਲਦੇ ਮੇਰੇ ਕੋਲ, ਤੇ ਅਕਸਰ ਮੇਰੇ ਕੋਲ ਆਉਂਦੇ ਰਹਿੰਦੇ ਸੀਗੇ। ਤੇ ਉਹਨਾਂ ਨੇ ਵੀ ਕਿਹਾ ਕਿ ਯਾਰ ਬੰਦੇ ਤੇਰੇ ਇੰਨੇ ਕੈਬਨ ਦੇ ਵਿੱਚ ਰੋਂਦੇ ਰਹਿੰਦੇ ਨੇ, ਬੜੇ ਦੁਖੀ ਨੇ, ਤੂੰ ਇਹਨਾਂ ਲਈ ਕੁਝ ਕਰ, ਸਮਾਜ ਲਈ ਕੋਈ ਬੁੱਕ ਲਿਖ ਜਿਹੜੇ ਝੂਠੇ ਕੇਸ ਨੇ, ਤਾਂ ਕਿ ਜੁਡੀਸ਼ਰੀ ਤੇ ਐਡਮਿਨਿਸਟ੍ਰੇਸ਼ਨ ਤੇ ਕੁਝ ਅਸਰ ਹੋ ਸਕੇ। ਤੇਰੀ ਸ਼ਾਇਦ ਲਿਖੀ ਕਿਤਾਬ ਨੂੰ ਦਾ ਕੁਝ ਇਹਨਾਂ ਤੇ ਜਿਹੜੀ ਪੁਲਿਸ ਇਨਕੁਆਇਰੀ ਤੇ ਕੁਝ ਸੋਧ ਹੋ ਸਕੇ, ਅਸਰ ਹੋ ਸਕੇ। ਤੇ ਉਹਨਾਂ ਤੋਂ ਇਨਸਪਾਇਰ ਹੋ ਕੇ ਮੈਂ ਫਿਰ ਇਹ ਕੇਸ ਸਾਰੇ, ਅੱਛਾ ਜੀ, 12 ਜਿਹੜੇ ਇਹ 'ਚ ਕੇਸ ਨੇ, ਟਰੂ ਸਟੋਰੀਜ਼ ਨੇ। ਇਹਨਾਂ 'ਚੋਂ ਮੋਸਟਲੀ ਜਿਹੜੇ ਕੇਸ ਨੇ ਉਹ ਮੈਂ ਹੀ ਲੜੇ ਨੇ ਅਕਿਊਜ਼ ਵੱਲੋਂ, ਤੇ ਐਂਡ ਦੇ ਵਿੱਚ ਉਹ ਸਾਰੇ ਬੰਦੇ ਜਿਹੜੇ ਨੇ ਅਕਿਊਜ਼ ਉਹ ਬਰੀ ਹੋਏ ਨੇ। ਅੱਛਾ ਜੀ। ਚਲੋ, ਪਹਿਲਾਂ ਤਾਂ ਬੁੱਕ ਦੇ ਵੱਲ ਵਧਣ ਤੋਂ ਪਹਿਲਾਂ ਕਿ ਵੀ ਬੁੱਕ ਲਿਖਣ ਦੀ ਜਿਹੜੀ ਮਤਲਬ ਪ੍ਰੇਰਣਾ ਸੀਗੀ ਜਿਹੜੀ ਤੁਹਾਨੂੰ, ਠੀਕ ਹੈ ਨਾ, ਹੱਲਾਸ਼ੇਰੀ ਮਿਲੀ, ਉਹ ਤੁਹਾਡੇ ਕਲਾਇੰਟ ਕਮ ਬਣ ਗਏ ਜਿਹੜੇ ਦੋਸਤ ਡਾਕਟਰ ਕ੍ਰਿਸ਼ਨ ਕੇ ਅਰੋੜਾ, ਇਹਨਾਂ ਤੋਂ ਮਿਲੀ ਹੈ ਕਿਵੇਂ? ਅੱਛਾ, ਹੁਣ ਗੱਲ ਤਾਂ ਇਹ ਆ ਗਈ ਕਿ ਵੀ ਇਹ ਝੂਠੇ ਹੁੰਦੇ, ਤੁਸੀਂ ਇਹ ਦੇਖੀਏ ਮਤਲਬ ਐਜ਼ ਕੰਪੇਅਰ ਟੂ ਬਾਕੀ ਜਿਹੜੇ, ਜਿਵੇਂ ਤੁਸੀਂ ਕਿਹਾ ਪਹਿਲਾਂ, ਸਭ ਤੋਂ ਪਹਿਲਾਂ NDPS ਕੀਤੇ ਹੈ, ਫਿਰ 138 ਦੇ ਦੇਖੇ ਹੈਗੇ ਆ, ਫਿਰ ਤੁਸੀਂ ਸਿਵਲ ਦੇ ਵੀ ਦੇਖਦੇ ਹੋ? ਸਿਵਲ ਦੇ ਘੱਟ ਹੈ, ਥੋੜਾ ਘੱਟ ਦੇਖਦਾ, 20% ਸਿਵਲ ਹੈ, 80%। ਅੱਛਾ, ਪਰ ਪਰਸੈਂਟੇਜ ਤੁਹਾਨੂੰ ਜ਼ਿਆਦਾ ਝੂਠੇ ਕੇਸਾਂ ਦੀ, ਆ ਰੇਪ ਤੇ ਡਾਊਰੀ ਕੇਸਾਂ ਦੇ ਵਿੱਚ ਹੀ ਨੇ। ਅੱਛਾ, ਤੇ ਇਸ ਚੀਜ਼ ਨੂੰ ਦੇਖ ਕੇ ਫਿਰ ਤੁਸੀਂ ਮੋਟੀਵੇਟ ਹੋਏ ਕਿ ਵੀ ਨਹੀਂ, ਹਾਂ, ਕਿ ਵੀ ਚਲੋ ਇੱਕ ਬੁੱਕ ਲਿਖੀ ਜਾਏ। ਅੱਛਾ, ਤੇ ਹੁਣ ਮੈਂ ਆਪਣੇ ਸਾਰੇ ਵਿਊਅਰਸ ਦੇ ਨਾਲ ਮੈਂ ਉਸ ਖਾਸ, ਬਹੁਤ ਹੀ ਖਾਸ ਸਾਡੀ ਜਿਹੜੀ ਬੁੱਕ ਹੈ, ਜਿਹੜੀ ਮਨੀਸ਼ ਜੀ ਨੇ ਲਿਖੀ ਹੈਗੀ ਹੈ, ਮੈਂ ਉਹ ਸ਼ੇਅਰ ਕਰਦਾ ਸਾਰੇ ਵਿਊਅਰਸ ਦੇ ਨਾਲ। ਇਹ ਸਾਡੀ ਬੁੱਕ ਹੈ ਜੀ। ਤੇ ਸਰ ਇਹਦਾ ਤੁਸੀਂ ਟਾਈਟਲ ਰੱਖਿਆ ਦ ਰੇਪ ਫਾਈਲਸ, ਠੀਕ ਹੈ। ਇਹਦੇ ਵਿੱਚ ਤੁਸੀਂ ਵੈਸੇ ਥੋੜਾ ਜਿਹਾ ਦੱਸਦਾ ਸੀਗਾ, ਟੋਟਲ ਕਿੰਨੇ ਕੇਸਿਸ ਇਹਦੇ ਵਿੱਚ? ਇਹ 'ਚ 12 ਕੇਸਿਸ ਨੇ, ਟਰੂ ਸਟੋਰੀਜ਼ ਨੇ ਸਾਰੀਆਂ, ਸਾਰੀ ਦੀ ਸਾਰੀ ਟਰੂ ਸਟੋਰੀਜ਼ ਹੈ, 12 ਕੇਸਿਸ ਨੇ। ਬਿਲਕੁਲ।
ਤੇ ਉਹ ਮੋਸਟਲੀ ਤੁਸੀਂ ਲੜੇ ਹੋਏ ਆ ਸਾਰੇ? ਮੈਂ ਹੀ ਲੜੇ ਨੇ ਤੇ ਬਹੁਤ ਹੀ ਤੁਸੀਂ ਪੜ੍ਹ ਕੇ ਜਦੋਂ ਦੇਖੋਗੇ ਬਹੁਤ ਜਿਹੜਾ ਅਗਰੀਵਡ ਬੰਦਾ ਨੂੰ ਇਹ ਲੱਗੂਗਾ ਕਿ ਮੇਰੀ ਮਨ ਦੀ ਗੱਲ ਹੀ ਲਿਖਤੀ ਹੈ ਅੱਜ। ਅੱਛਾ ਜੀ। ਤੇ ਇਹਨੂੰ ਭਾਜੀ ਤੁਸੀਂ ਇੱਕੋ ਹੀ ਲੈਂਗੁਏਜ ਹਜੇ ਰੱਖਿਆ ਕਿ ਕੋਈ ਹਿੰਦੀ ਜਾਂ ਪੰਜਾਬੀ ਚ ਵੀ ਆ ਰਹੀ ਹੈ ਕੋਈ ਕਿਤਾਬ? ਇਹਦੇ ਬਾਰੇ ਕੋਈ ਪਲੈਨਿੰਗ ਕੀਤੀ ਤੁਸੀਂ? ਦੇਖੋ ਇਹ ਸ਼ੁਰੂਆਤ ਹੈ ਲਿਖਣ ਦਾ, ਜਿਹੜਾ ਮੈਨੂੰ ਸ਼ੌਂਕ ਇਦਾਂ ਪਿਆ ਕਿ ਮੈਂ ਭਾਸਕਰ ਗਰੁੱਪ ਜਿਹੜੇ ਨੇ, ਦੈਨਿਕ ਭਾਸਕਰ ਦਾ ਵੀ ਲੀਗਲ ਐਡਵਾਈਜ਼ਰ। ਅੱਛਾ ਜੀ, ਅੱਛਾ ਜੀ। ਤੇ ਲੁਧਿਆਣੇ 'ਚ ਇੱਕ ਪ੍ਰੈਸ ਕਲੱਬ ਬਣਿਆ, ਉਹਦਾ ਵੀ ਲੀਗਲ ਐਡਵਾਈਜ਼ਰ। ਤੇ ਭਾਸਕਰ ਦੇ ਐਡੀਟਰ ਸੀਗੇ ਮਿਸਟਰ ਵਸ਼ਿਸ਼ਟ, ਉਹ ਕਹਿੰਦੇ ਵਕੀਲ ਸਾਹਿਬ ਤੁਸੀਂ ਕਦੇ ਕਦੇ ਸਾਨੂੰ ਕੋਰਟ ਦੀ ਕੋਈ ਖਬਰ ਹੀ ਭੇਜ ਦਿਆ ਕਰੋ। ਹਾਂਜੀ ਹਾਂਜੀ ਹਾਂਜੀ। ਤੇ ਉਹ ਕੁਝ ਕੇਸ ਦਾ ਜਿਵੇਂ ਕੋਈ ਫੈਸਲਾ ਹੁੰਦਾ ਸੀਗਾ, ਕੋਈ ਇੰਟਰਸਟਡ ਕੇਸਿਸ ਸੀਗੇ, ਮੈਂ ਉਹਨਾਂ ਨੂੰ ਭੇਜ ਦਿੰਦਾ ਸੀਗਾ। ਉਸ ਤੋਂ ਵੀ ਫਿਰ ਮੈਨੂੰ ਥੋੜਾ ਲਿਖਣ ਦਾ ਸ਼ੌਂਕ ਪੈ ਗਿਆ। ਮੈਨੂੰ ਹਲਕਾ ਹਲਕਾ ਯਾਦ ਆ ਰਿਹਾ, ਇੱਕ ਦੋ ਕੇਸ ਮੈਂ ਵੀ ਦੇਖੇ ਸੀਗੇ ਰੇਪ ਤੋਂ ਰਿਲੇਟਡ, ਤੇ ਤੁਹਾਡਾ ਮੈਨੂੰ ਫੋਨ ਆਇਆ ਸੀਗਾ ਕਿ ਕੇਸ ਦਾ ਐਂਡ ਦਾ ਜਜਮੈਂਟ ਦੇ ਵਿੱਚ ਫਾਈਨਲ ਕਿਆ ਹੋਇਆ, ਤਾਂ ਤੁਸੀਂ ਮੈਨੂੰ ਇੱਕ ਵਾਰੀ ਫੋਨ ਆਇਆ ਸੀਗਾ, ਮੈਨੂੰ ਛੋਟਾ ਛੋਟਾ ਯਾਦ ਆ ਰਿਹਾ। ਤੇ ਤੁਸੀਂ ਮੇਰੇ ਖਿਆਲ ਉਹ ਨਿਊਜ਼ ਦੇ ਵਿੱਚ ਕਵਰੇਜ ਹੋਈ ਸੀਗੀ। ਬਿਲਕੁਲ। ਤੇ ਚਲੋ ਹਜੇ ਤਾਂ ਫਿਰ ਮਤਲਬ ਫਿਲਹਾਲ ਆਪਣਾ ਨੂੰ ਇਹ ਬੁੱਕ ਇੰਗਲਿਸ਼ ਦੇ ਵਿੱਚ ਹੀ ਅਵੇਲੇਬਲ ਹੈ? ਨਹੀਂ, ਦੇਖੋ ਸਮਾਜ ਦੇ ਵਿੱਚ ਜੇ ਤੁਸੀਂ ਸੇਵਾ ਕਰਨੀ ਹੈ ਉਹ ਕਿਸੇ ਵੀ ਤਰੀਕੇ ਨਾਲ ਕਰ ਸਕਦੇ, ਕਿਸੇ ਵੀ ਤਰੀਕੇ ਨਾਲ ਕਰ ਸਕਦੇ। ਇਹ ਇੱਕ ਟੌਪਿਕ ਹੈ। ਮੈਂ ਬਹੁਤ ਮਨ ਦੇ ਵਿੱਚ ਸੋਚੇ ਨੇ, ਲੋਕ ਵੀ ਮੈਨੂੰ ਆ ਕੇ ਦੱਸਦੇ ਨੇ, ਬਾਹਰੋਂ ਵਿਦੇਸ਼ਾਂ ਚੋਂ ਵੀ ਜਿਹੜੇ ਮੇਰੇ ਨਾਲ ਦੇ ਕਲਾਸਮੇਟਸ ਨੇ, ਦੋਸਤ ਨੇ, ਉਹ ਵੀ ਟੌਪਿਕ ਬਹੁਤ ਦੱਸਦੇ ਆ। ਤੇ ਮਨ 'ਚ ਬੜੀਆਂ ਥਾਟਸ ਨੇ ਕਿ ਜਿਵੇਂ ਕਨਵਰਸ਼ਨ 'ਚ ਅੱਜਕੱਲ ਬਹੁਤ ਚੱਲ ਰਿਹਾ ਪੰਜਾਬ 'ਚ। ਅੱਛਾ ਜੀ। ਉਹਦੇ ਤੇ ਵੀ ਬੁੱਕ ਲਿਖੂੰਗਾ ਮੈਂ। ਅੱਛਾ। ਤੇ ਡੌਰੀ ਤੇ ਵੀ ਲਿਖੂੰਗਾ। ਡੌਰੀ ਤੇ ਵੀ ਲਿਖੋਗੇ? ਨਸ਼ਾ ਤਸਕਰੀ ਤੇ ਵੀ ਲਿਖੂੰਗਾ। ਜਿਹੜੇ ਸਨੈਚਿੰਗ ਦੇ ਕੇਸ ਨੇ ਉਹ 80% ਠੀਕ ਆ, ਪਰ 20% ਪਲਾਂਟ ਕੀਤੇ ਨੇ, ਪਰ 20% ਇਨੋਸੈਂਟ ਬੰਦਿਆਂ ਨੂੰ ਵੀ ਜਿਹੜੀ ਇੰਪਲੀਕੇਸ਼ਨ ਆ ਉਹ ਬੜੀ ਮਾੜੀ ਗੱਲ ਹੈ। ਉਹਦੇ ਤੇ ਵੀ ਮੈਂ ਲਿਖੂੰਗਾ। ਬਹੁਤ ਕੁਝ ਲਿਖਣ ਵਾਲਾ ਸਮਾਜ ਵਿੱਚ। ਤੇ ਸਨੈਚਿੰਗ ਦੇ ਵਿੱਚ ਤਾਂ ਅੱਜਕੱਲ ਬੇਲ ਵੀ ਨਹੀਂ ਹੁੰਦੀ ਹੈ ਨਾ, 379(b)। ਨਹੀਂ, ਦੇਖੋ ਗੱਲ ਠੀਕ ਹੈ, ਤੁਸੀਂ ਇਹਦੇ ਹਰ ਕਾਨੂੰਨ ਦੇ ਦੋ ਪੱਖ ਹੁੰਦੇ ਨੇ। ਤੁਸੀਂ ਆਪਣੀ ਵਾਈਫ ਨਾਲ ਜਾਂ ਬੱਚਿਆਂ ਨਾਲ ਜਾ ਰਹੇ ਹੋ ਤੇ ਵਾਈਫ ਦੀ ਤੁਹਾਡੀ ਜਾਂ ਬੇਟੀ ਦੀ ਕੋਈ ਚੇਨ ਖਿੱਚ ਕੇ ਲੈ ਜਾਵੇ, ਤੁਸੀਂ ਕੁਝ ਵੀ ਨਹੀਂ ਕਰ ਸਕਦੇ ਫੜ ਕੇ। ਦੇਖੋ ਉਹ ਸਾਰੇ ਬੰਦੇ ਜਿਹੜੇ ਨੇ ਨਸ਼ੇ ਕਰਕੇ ਇਹ ਸਨੈਚਿੰਗ ਕਰਦੇ ਆ, ਤੁਹਾਨੂੰ ਸਰੀਰਕ ਨੁਕਸਾਨ ਵੀ ਪਹੁੰਚਾ ਸਕਦੇ ਆ। ਪਰ ਕਈ ਵਾਰ ਪੁਲਿਸ ਕੀ ਕਰਦੀ ਆ, ਆਪਣੇ ਬਲਾਈਂਡ ਕੇਸ ਸੋਲਵ ਕਰਨ ਵਾਸਤੇ ਵੀ ਜਿਹੜੇ ਪਹਿਲਾਂ ਕਦੇ ਬੰਦੇ ਨੇ ਸਨੈਚਿੰਗ ਕੀਤੀ ਸੀ ਅੱਜ ਤੋਂ 2 ਸਾਲ ਪਹਿਲਾਂ ਜਾਂ 1 ਸਾਲ ਪਹਿਲਾਂ, ਉਹਨੂੰ ਵੀ ਦੁਬਾਰਾ ਫੜ ਕੇ ਇੰਪਲੀਕੇਟ ਕਰਦੀ ਹੈ। ਇਹੋ ਜਿਹੇ ਕੇਸਿਸ ਵੀ ਮੇਰੇ ਕੋਲ ਬਹੁਤ ਆਉਂਦੇ ਨੇ। ਮੈਂ ਇਸ ਗੱਲ ਦਾ ਗਵਾਹ ਆ ਕਿ ਮੇਰੇ ਕਈ ਕਲਾਇੰਟ ਜਿਹੜੇ ਨੇ ਉਹ 1-1, 2-2 ਵਾਰ ਉਹਨਾਂ ਨੇ ਕੀਤਾ ਜ਼ਰੂਰ ਹੈ, ਪਰ 3-3, 4-4, 5-5 ਜਿਹੜੇ ਕੇਸ ਉਹਨਾਂ ਦੇ ਪਾਏ ਆ ਉਹ ਸਾਰੇ ਝੂਠੇ ਪਾਏ। ਓਕੇ। ਅੱਛਾ, ਇਸ ਦੁਬਾਰਾ ਰੇਪ ਫਾਈਲਸ ਦੇ ਉੱਪਰ ਗੱਲ ਕਰਦੇ ਹੋਏ ਤੇ ਮੈਂ ਵੈਸੇ ਕਈ ਵਾਰ ਹੋਰ ਜਗ੍ਹਾ ਕਈ ਪੜ੍ਹਿਆ ਹੈਗਾ ਕਿ ਵੀ ਇਹੋ ਜਿਹੀ ਵੀ ਸਟੋਰੀਜ਼ ਆਈਆਂ ਨੇ, ਜਿਵੇਂ ਗੁੜਗਾਉਂ ਦੇ ਵਿੱਚ ਮੈਂ ਇੱਕ ਪੜ੍ਹਿਆ ਸੀਗਾ, ਇੱਕ ਲੇਡੀ ਨੇ 1 ਸਾਲ ਦੇ ਅੰਦਰ 9 ਵਾਰੀ ਰੇਪ ਕੇਸ ਰਜਿਸਟਰ ਕਰਾਇਆ। ਹੋਰ ਵੀ ਇਹੋ ਜਿਹੇ ਕਈ ਕੇਸਿਸ ਆਏ ਕਿ ਵੀ ਇੱਕ ਲੇਡੀ ਮਤਲਬ ਬਾਰ-ਬਾਰ ਇਸ ਮਤਲਬ ਇਸ ਲਾਅ ਨੂੰ ਮਿਸਯੂਜ਼ ਕਰ ਰਹੀ ਹੈ। ਤੇ ਤੁਸੀਂ ਮੰਨਦੇ ਹੋ ਕਿ ਵੀ ਇਹ ਲਾਅ ਮਤਲਬ ਜਿਹੜਾ ਬਣਿਆ ਹੋਇਆ ਹੈ, ਠੀਕ ਹੈ ਨਾ, ਇਹਦੇ ਵਿੱਚ ਡਰਾਸਟਿਕਲੀ ਚੇਂਜਸ ਤੇ ਇੰਪਰੂਵਮੈਂਟਸ ਤੇ ਅਮੈਂਡਮੈਂਟ ਦੀ ਰਿਕੁਆਇਰਮੈਂਟ ਹੈਗੀ। ਇਹ ਬੁੱਕ ਦੇ ਰਾਹੀਂ ਮੈਂ ਪੁਲਿਸ ਨੂੰ, ਜੁਡੀਸ਼ਰੀ ਨੂੰ ਇਹੀ ਅਪੀਲ ਕੀਤੀ ਹੈ ਕਿ ਜਿਹੜੀ FIR ਜਦੋਂ ਇੱਕ ਦਰਖਾਸਤ ਆਉਂਦੀ ਹੈ, ਸਭ ਤੋਂ ਪਹਿਲਾਂ ਪੁਲਿਸ ਕੋਲ ਜਾਂਦੀ ਹੈ ਤੇ ਪੁਲਿਸ ਨੂੰ ਉਦੋਂ ਹੀ ਪਤਾ ਲੱਗ ਜਾਂਦਾ ਹੈ ਕਿ ਸੱਚ ਕੀ ਹੈ ਤੇ ਝੂਠ ਕੀ ਹੈ। ਜੇ ਕੋਈ ਤਗੜਾ ਬੰਦਾ ਉਹ ਬਚ ਜਾਂਦਾ, ਜਿਹੜਾ ਮਾਤੜ ਹੈ ਪੁਲਿਸ ਉੱਤੇ ਕੇਸ ਬਣਾ ਕੇ ਤੋਰ ਦਿੰਦੀ ਹੈ ਕਿ ਜਾਓ ਆਪਣੇ ਆਪ ਵਕੀਲ ਤੇ ਜੁਡੀਸ਼ਰੀ ਤੁਹਾਨੂੰ ਆਪਣੇ ਆਪ ਲੜਦੀ ਰਹੂਗੀ, ਦੇਖਦੀ ਰਹੂਗੀ ਕੀ ਕਰਨਾ। ਇਹ ਬੁੱਕ ਲਿਖਣ ਦਾ ਮੋਟਿਵ ਇਹੀ ਹੈ ਕਿ ਸਮਾਜ ਵਿੱਚ ਜਿਹੜੀ ਜਾਗਰੂਕਤਾ ਆ ਸਕੇ ਤੇ ਲੋਕਾਂ ਦੇ ਨਾਲ, ਇਨੋਸੈਂਟ ਜਿਹੜੇ ਲੋਕ ਨੇ ਉਹਨਾਂ ਨਾਲ ਇਨਸਾਫ ਹੋ ਸਕੇ। ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਰੇਪ ਕੇਸ ਝੂਠੇ ਨੇ, ਪਰ ਮੈਕਸਿਮਮ ਜਿਹੜੀਆਂ 15 ਸਾਲ ਤੋਂ ਛੋਟੀਆਂ ਕੁੜੀਆਂ ਉਹਨਾਂ ਨਾਲ ਰੇਪ ਜਿਹੜੇ ਨੇ ਬਿਲਕੁਲ ਸੱਚੇ ਨੇ। ਇਹੋ ਜਿਹੇ ਬੰਦਿਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ। ਪਰ ਜੇ ਆਪਾਂ ਕਹੀਏ ਕਿ 17.5 ਸਾਲ ਦੀ ਜਿਹੜੀ ਕੁੜੀ ਹੈ ਉਹਦੀ ਕੰਸੈਂਟ ਨਹੀਂ ਹੈਗੀ ਤੇ 18 ਸਾਲ ਦੀ ਵਾਲੀ ਦੀ ਕੰਸੈਂਟ ਮੰਨੀ ਜਾਊਗੀ, ਇਹ ਵੀ ਗਲਤ ਹੈ। 6 ਮਹੀਨੇ 'ਚ ਕੋਈ ਦਿਮਾਗ ਕੁੜੀ ਦਾ ਇੰਨਾ ਨਹੀਂ ਚੇਂਜ ਹੋ ਜਾਂਦਾ ਕਿ ਆਪਾਂ ਕੰਸੈਂਸੁਅਲ ਸੈਕਸ ਨੂੰ ਇੱਕ ਰੇਪ ਕੇਸ ਦੇ ਵਿੱਚ ਕਨਵਰਟ ਕਰ ਦਈਏ। ਇਹ ਇਸ ਤੇ ਵੀ ਸਾਰੇ ਸਮਾਜ ਨੂੰ, ਜਿਹੜੇ ਕਾਨੂੰਨੀ ਜੀਵੀ ਨੇ, ਮਾਹਰ ਨੇ, ਉਹਨਾਂ ਨੂੰ ਵੀ ਇਸ ਤੇ ਮੰਥਨ ਕਰਨਾ ਚਾਹੀਦਾ। ਮੈਂ ਆਪਣੇ ਵਿਊਅਰਸ ਨੂੰ ਕਹੂੰਗਾ, ਆ ਜਿਹੜੀ ਲਾਈਨ ਇਹਨਾਂ ਨੇ ਸਰ ਨੇ ਹੁਣੇ ਸ਼ੇਅਰ ਕੀਤੀ ਹੈ, ਵਿਊਜ਼ ਆਪਣੇ ਸ਼ੇਅਰ ਕੀਤੇ, ਇਹ ਬਹੁਤ ਇੰਪੋਰਟੈਂਟ ਹੈ ਕਿ ਜਿਹੜੇ 17.5 ਤੇ 18 ਬਾਰੇ ਇਹਨਾਂ ਨੇ ਗੱਲ ਕੀਤੀ ਹੈਗੀ ਹੈ।
ਅੱਛਾ, ਇੱਕ ਚੀਜ਼ ਹੋਰ ਦੇ ਉੱਪਰ ਮੈਂ, ਕਿਉਂਕਿ ਤੁਸੀਂ ਇੰਨੀ ਨੌਲੇਜ ਰੱਖਦੇ ਹੋ, ਤੁਸੀਂ ਬੁੱਕ ਲਿਖੀ ਹੈ, ਤੁਸੀਂ ਇਸ ਟੌਪਿਕ ਦੇ ਅੰਦਰ ਇੱਕ ਬੁੱਕ ਲਿਖਣ ਲਈ ਕਿ ਵੀ ਸਿਰਫ ਚਾਹੇ ਇਹਦੇ ਵਿੱਚ ਮੰਨ ਲਓ 100 ਪੰਨੇ ਹੀ ਹੈ, ਲੇਕਿਨ ਇੱਕ ਬੁੱਕ ਲਿਖਣ ਲਈ 100 ਪੰਨੇ ਨਹੀਂ 1000 ਪੰਨੇ ਦਾ ਗਿਆਨ ਹੁੰਦਾ ਹੈ, ਤਾਂ ਜਾ ਕੇ 100 ਪੰਨੇ ਆਉਂਦੇ। ਤੇ ਮੇਰੇ ਤੁਹਾਡੇ ਉਸ ਨੌਲੇਜ ਨੂੰ ਮੈਂ ਇੱਕ ਮਤਲਬ ਮੈਂ ਪੁੱਛਣਾ ਚਾਹਨਾ ਕਿ ਵੀ ਤੁਹਾਡੇ ਰਾਹੀਂ ਕਿ ਜਿਵੇਂ ਤੁਸੀਂ ਦੇਖਦੇ ਹੋ ਕਿ ਵੀ ਸਭ ਤੋਂ ਵੱਡੀ ਲਾਅ ਦੀ ਬੁੱਕ ਆਪਾਂ ਕਨਸਟੀਟਿਊਸ਼ਨ ਕਹਿੰਦੇ, ਕਨਸਟੀਟਿਊਸ਼ਨ ਸਭ ਤੋਂ ਵੱਡਾ ਗ੍ਰੰਥ ਸਾਡਾ, ਠੀਕ ਹੈ ਨਾ। ਸਾਡੇ ਪ੍ਰਧਾਨ ਮੰਤਰੀ ਜੀ ਵੀ ਜਦੋਂ ਓਥ ਲੈਣ ਜਾਂਦੇ ਕਿ ਕਨਸਟੀਟਿਊਸ਼ਨ ਨੂੰ ਜਾ ਕੇ ਪਹਿਲਾਂ ਨਮਨ ਕਰਦੇ ਨੇ, ਮੱਥਾ ਟੇਕਦੇ ਨੇ, ਫਿਰ ਉਸ ਤੋਂ ਬਾਅਦ ਉਹਨਾਂ ਨੇ ਓਥ ਲਿੱਤੀ ਹੈਗੀ। ਮੈਂ ਕਹਿੰਦਾ ਜਿਹੜਾ ਕਨਸਟੀਟਿਊਸ਼ਨ ਹੈ ਉਹ ਐਡਾ ਵੱਡਾ ਇੰਪੋਰਟੈਂਟ ਗ੍ਰੰਥ ਜਿਹੜਾ ਲਿਖਿਆ ਗਿਆ, ਉਹਦੇ ਵਿੱਚ ਹੁਣ ਤੱਕ 110 ਜਾਂ 14 ਵਾਰ ਤੋਂ ਜ਼ਿਆਦਾ ਅਮੈਂਡਮੈਂਟਸ ਹੋ ਚੁੱਕੀਆਂ ਨੇ। 114 ਵਾਰ ਤੋਂ ਜ਼ਿਆਦਾ, ਇੰਨੀ ਵਾਰ ਅਮੈਂਡਮੈਂਟਸ ਹੋ ਚੁੱਕੀਆਂ ਨੇ। 75 ਸਾਲ ਆਜ਼ਾਦੀ ਦੇ ਹੋਏ ਤੇ ਇੰਨੀ ਵਾਰ ਅਮੈਂਡਮੈਂਟ ਕਰਤੀ ਪਾਰਲੀਮੈਂਟ ਨੇ ਲਿਆ ਕੇ। ਤੇ ਉਹਦੀ ਜਿਵੇਂ ਅੱਛਾ ਲਿਖਿਆ ਜਦੋਂ ਗਿਆ ਹੋਇਆ ਨਾ ਕਨਸਟੀਟਿਊਸ਼ਨ ਵਿਦ ਗ੍ਰੇਟ ਨੌਲੇਜ, ਵਿਦ ਗ੍ਰੇਟ ਕੌਨਫੀਡੈਂਸ, ਠੀਕ ਹੈ, ਐਕੂਰੇਸੀ ਔਰ ਬਹੁਤ ਸਾਰੀ ਚੀਜ਼ਾਂ ਦਾ ਦੇਖ ਕੇ ਕੀਤਾ ਹੋਣਾ, ਫਿਰ ਵੀ ਉਹਦੇ ਵਿੱਚ ਇੰਨੀ ਅਮੈਂਡਮੈਂਟ ਕੀਤੀ ਗਈ ਹੈ। ਤੇ ਇਹਦੇ ਵਿੱਚ ਇੰਨਾ ਸਲੋ ਕਿਉਂ ਹੈ? ਕਿਉਂ ਡਾਊਰੀ ਵਾਲੇ ਪਾਸੇ, ਕਿਉਂ ਜਿਹੜੇ ਰੇਪ ਕੇਸਿਸ ਵਾਲੇ ਪਾਸੇ, ਕਿਉਂ ਜਿਹੜੇ ਫੈਮਿਨਿਜ਼ਮ ਨੂੰ ਕਿ ਮਤਲਬ ਇੰਨਾ ਦੇਖਦੇ ਅਸੀਂ ਕਿ ਵੀ ਇਹਦੇ ਵਿੱਚ ਕਿਉਂ ਨਹੀਂ ਇੰਨੀ ਇੰਪਰੂਵਮੈਂਟ ਆਉਂਦੀ? ਬਹੁਤ ਸਲਾਈਟਲੀ ਜੇ 498 ਚ ਹੋਇਆ ਕਿ ਵੀ ਚਲੋ ਇੱਕਦਮ ਹੀ ਫੜ ਕੇ ਸਾਰਿਆਂ ਨੂੰ ਅੰਦਰ ਨਾ ਕਰੋ ਜੀ, ਉਹ ਇਹ ਜੁਆਇਨ ਕਰਦੇ ਇਨਵੈਸਟੀਗੇਸ਼ਨ, ਇਹਨਾਂ ਨੂੰ ਬੇਲ ਦੇ ਦਿਓ, ਇਹ ਥੋੜੀ ਜਿਹੀ ਆਈ ਹੈ, ਉਹ ਵੀ ਇੰਨੀ ਕ੍ਰਾਂਤੀ ਹੋਣ ਤੋਂ ਬਾਅਦ। ਤੇ ਇੰਨੀ ਜਦੋਂ ਕਨਸਟੀਟਿਊਸ਼ਨ ਦੇ ਅੰਦਰ ਅਮੈਂਡਮੈਂਟ ਹੋ ਗਈ ਹੈ ਤੇ ਇਹ ਜਿਹੜੇ ਵੂਮਨ ਵੇਸਡ ਲਾਜ਼ ਹੈਗੇ ਨੇ, ਇਹ ਡਾਊਰੀ ਦੇ, ਇਹ ਰੇਪ ਦੇ ਜਾਂ ਮੇਨਟੇਨੈਂਸ ਦੇ, ਠੀਕ ਹੈ, ਇਹਦੇ ਵਿੱਚ ਅਮੈਂਡਮੈਂਟਸ ਕਿਉਂ ਨਹੀਂ ਆਉਂਦੀ ਸਰ? ਕਿਉਂ ਸਰਕਾਰ ਦਾ ਜਾਂ ਕਿਸੇ ਦਾ ਜਾਂ ਜੁਡੀਸ਼ਰੀ ਦਾ ਵੀ ਕਿਉਂ ਨਹੀਂ ਧਿਆਨ ਪੈਂਦਾ? ਇਹਦਾ ਰੀਜ਼ਨ ਇਹ ਹੈ ਕਿ ਜਿਹੜੀਆਂ ਆਪਣੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਕੋਈ ਵੀ ਕਾਨੂੰਨ ਜਾਂ ਅਮੈਂਡਮੈਂਟ ਜਿਹੜੀ ਹੈ ਉਹ ਆਪਣੀ ਵੋਟ ਬੈਂਕ ਨੂੰ ਧਿਆਨ 'ਚ ਰੱਖ ਕੇ ਕਰਦੀਆਂ। ਹੁਣ ਤੁਸੀਂ ਦੇਖੋ ਕਿ ਰੀਸੈਂਟਲੀ ਕੱਲ ਹੀ ਜਿਹੜਾ ਮਹਿਲਾ ਆਰਕਸ਼ਣ ਬਿੱਲ ਆਇਆ ਹੈ, ਉਹ ਸਿਰਫ ਤੇ ਸਿਰਫ ਇਸ ਕਰਕੇ ਲਿਆਇਆ ਹੈ ਕਿ ਇੰਡੀਆ ਦੇ ਵਿੱਚ 69 ਕਰੋੜ ਲੇਡੀਜ਼ ਦੀ ਗਿਣਤੀ ਹੈ। ਓਕੇ, ਇਹ ਉਹਨਾਂ ਨੂੰ ਖੁਸ਼ ਕਰਨ ਲਈ, ਇੱਕ ਵੋਟ ਬੈਂਕ ਬਣਾਉਣ ਲਈ ਅਸੀਂ ਇਸ ਦੀ ਬਹੁਤ ਸ਼ਲਾਘਾ ਕਰਦੇ ਹਾਂ ਜਿਹੜਾ ਇਹ ਰਿਜ਼ਰਵੇਸ਼ਨ ਕੀਤੀ ਹੈ। ਪਰ ਇਹਨੂੰ ਕਰਦਿਆਂ ਦੇਖੋ ਕਿੱਥੇ ਕਿੰਨਾ ਟਾਈਮ ਲੱਗ ਗਿਆ। ਇਹ ਇੱਕ ਜਿੰਨੀ ਵੀ ਪੋਲੀਟੀਕਲ ਪਾਰਟੀ ਹੈ ਉਹ ਵਿਲਫੁਲੀ ਨਹੀਂ, ਉਹ ਆਪਣੀ ਵੋਟ ਬੈਂਕ ਨੂੰ ਦੇਖਦੇ ਹੋਏ ਅਮੈਂਡਮੈਂਟ ਕਰਦੀ ਹੈ। ਇਸ ਕਰਕੇ ਜਿਹੜਾ ਇਹ ਲੈਕ ਆਫ ਅਵੇਅਰਨੈਸ ਕਹਿ ਲਓ, ਤੁਸੀਂ ਲੈਕ ਆਫ ਇੰਟਰਸਟ ਕਹਿ ਲਓ, ਸਮਾਜ ਸੁਧਾਰਕ ਨਹੀਂ ਹੈ ਪੋਲੀਟੀਕਲ ਪਾਰਟੀਆਂ। ਇਹ ਸਿਰਫ ਆਪਣੇ ਆਪ ਨੂੰ ਸੁਧਾਰ ਕਰਨ ਲਈ, ਆਪਣੀ ਵੋਟ ਬੈਂਕ ਬਣਾਉਣ ਨੂੰ ਹੀ ਇਹ ਕਾਨੂੰਨ ਦੇ ਵਿੱਚ ਅਮੈਂਡਮੈਂਟ ਕਰਦੀਆਂ। ਇਸੇ ਕਰਕੇ ਇਹ ਜਿਹੜੇ ਕੁਝ ਕਾਨੂੰਨ ਜਿਹੜੇ ਪੁਰਾਣੇ ਅੰਗਰੇਜ਼ਾਂ ਦੇ ਟਾਈਮ ਦੇ ਬਣੇ ਆ, ਉਹਨਾਂ ਨੂੰ ਅਮੈਂਡ ਹੋਣ 'ਚ ਬਹੁਤ ਟਾਈਮ ਲੱਗ ਰਿਹਾ। ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਹਦੇ ਵਿੱਚ ਜੁਡੀਸ਼ਰੀ ਨੂੰ ਵੀ ਇੱਕ ਕਦਮ ਉਠਾਉਣਾ ਚਾਹੀਦਾ ਹੈ ਕਿ ਵੀ ਨਹੀਂ, ਜੇ ਲਾਅ ਸਖਤ ਹੈਗੇ ਤੇ ਐਟਲੀਸਟ ਫਿਰ ਉਹਨਾਂ ਨੂੰ ਵੀ ਚਾਹੀਦਾ ਹੈਗਾ ਕਿ ਜੇ ਲਾਅ ਇਹੋ ਜਿਹੇ ਹੈਗੇ ਨੇ ਤੇ ਜੱਜਿਸ ਨੂੰ ਵੀ ਪਤਾ ਹੈਗਾ ਕਿ ਵੀ ਮਿਸਯੂਜ਼ ਹੋ ਰਹੇ ਤੇ ਉਹਦੇ ਵਿੱਚ ਫਿਰ ਉਹਨਾਂ ਨੂੰ ਨਰਮਾਈ ਵਰਤਣੀ ਚਾਹੀਦੀ ਹੈ, ਬੇਲਸ ਦੇਣੀਆਂ ਚਾਹੀਦੀਆਂ ਨੇ, ਉਹਨਾਂ ਨੂੰ ਓਪਰਚੁਨਿਟੀਜ਼ ਦੇਣਾ ਚਾਹੀਦੀਆਂ ਨੇ ਕਿ ਮੀਅਰ ਸਟੇਟਮੈਂਟ ਇਜ਼ ਇਨਫ ਦਿੱਤੀ ਹੈ। ਪਰ ਇੱਕ ਆਦਮੀ ਨੂੰ ਅੱਜ ਦੀ ਡੇਟ ਦੇ ਵਿੱਚ ਤਾਂ ਇੱਕ ਕੈਮਰੇ ਤੋਂ ਵੀਡੀਓ ਰਿਕਾਰਡਿੰਗ ਤੇ ਜੇ ਮਿਲ ਗਈ ਆਦਮੀ ਦੀ ਤੇ ਉਹ ਤਾਂ ਇਨੋਸੈਂਸ ਹੋ ਗਈ, ਅਦਰਵਾਈਜ਼ ਉਹਨੂੰ ਤਾਂ ਆਪਣੀ ਇਨੋਸੈਂਸ ਪ੍ਰੂਵ ਕਰਨੀ ਨੈਕਸਟ ਤੋਂ ਇੰਪੋਸੀਬਲ ਹੈ। ਨਹੀਂ, ਇਹਦਾ ਵੀ ਦੇਖੋ ਬੜਾ ਤੁਸੀਂ ਜਿਹੜਾ ਸਵਾਲ ਬਹੁਤ ਸਹੀ ਪੁੱਛਿਆ। ਮੇਰੇ ਫਾਦਰ ਐਕਸੀਅਨ ਰਿਟਾਇਰ ਹੋਏ ਨੇ ਤੇ ਜੁਡੀਸ਼ਰੀ ਦੇ ਨਾਲ ਸਾਡਾ ਬਹੁਤ ਨੇੜੇ ਦਾ ਸੰਬੰਧ ਹੈ ਰਿਹਾ ਕਿ ਕਲੋਨੀ 'ਚ ਸਾਡੇ ਨਾਲ ਬਹੁਤ ਆਲੇ ਦੁਆਲੇ ਜੱਜ ਜਾਂ ਅਦਰ ਆਫਿਸਰਸ ਰਹਿੰਦੇ ਸੀ। ਓਕੇ ਓਕੇ। ਤੇ ਸਾਡੇ ਫਾਦਰ ਦਾ ਆਣਾ ਜਾਣਾ ਜਾਂ ਕਾਫੀ ਸੈਰ ਕਰਦੇ ਸੀ, ਇਕੱਠੇ ਗੈਟ ਟੂਗੇਦਰ ਰਹਿੰਦਾ ਸੀ। ਤੇ ਆਮ ਗੱਲਬਾਤ ਇਹ ਹੁੰਦੀ ਸੀਗੀ ਕਿ ਜਿਹੜੇ ਜੱਜ ਇਹ ਕਹਿੰਦੇ ਸੀਗੇ ਕਿ ਅਸੀਂ ਇਹ ਸੋਚਦੇ ਹਾਂ ਕਿ ਜੇ ਬੰਦੇ ਦੀ ਬੇਲ ਕਰਤੀ, ਹਾਈ ਕੋਰਟ ਕੀ ਕਹੂ, ਸੁਪਰੀਮ ਕੋਰਟ ਕੀ ਕਹੂ, ਸਾਡੇ ਤੇ ਕਰਪਸ਼ਨ ਦੇ ਐਲੀਗੇਸ਼ਨ ਲੱਗ ਜੂਗੇ। ਅੱਛਾ ਜੀ। ਉਹ ਡਰ ਦੇ ਵਿੱਚ ਹੀ ਸਿਰਫ ਅਫੈਂਸ ਨੂੰ ਦੇਖਦੇ ਆ, ਉਹਦੇ ਕੰਟੈਂਟਸ ਨੂੰ ਨਹੀਂ ਦੇਖਦੇ ਤੇ ਇਨੋਸੈਂਟ ਆਦਮੀ ਦੀ ਲਾਈਫ ਸਪੋਇਲ। ਦੇਖੋ ਫੋਰਨ ਕੰਟਰੀ 'ਚ ਪਹਿਲਾਂ USA, ਯੂਰਪ ਦੇ ਵਿੱਚ ਵੀ ਇਹ ਰੇਪ ਜਿਹੜੇ ਕੇਸ ਸੀਗੇ ਬਹੁਤ ਸੀ, ਪਰ ਹੁਣ ਉਹਨਾਂ ਨੇ ਲਾਅ ਆਪਣੇ ਅਮੈਂਡ ਕਰ ਲਏ, ਇਨਵੈਸਟੀਗੇਸ਼ਨ ਬਹੁਤ ਉਹਨਾਂ ਦੀ ਵਧੀਆ ਹੈ। ਬੇਲ ਤਾਂ ਇੱਕ ਦਿਨ 'ਚ ਕਰ ਦਿੰਦੇ ਆ, ਰੇਪ ਕੇਸ 'ਚ, ਮਰਡਰ ਕੇਸ 'ਚ ਕਰ ਦਿੰਦੇ ਆ। ਅੱਛਾ ਜੀ। ਇੱਥੇ ਜਦ ਤੱਕ ਬੰਦੇ ਦਾ ਟ੍ਰਾਇਲ ਨਹੀਂ ਖਤਮ ਹੁੰਦਾ, ਬੰਦੇ ਦੀ ਬੇਲ ਹੀ ਨਹੀਂ ਹੁੰਦੀ। ਜੇ ਇਨੋਸੈਂਟ ਡਿਕਲੇਅਰ ਹੋ ਗਿਆ ਤਾਂ ਉਹਦੇ 5-7 ਸਾਲ ਲੱਗੇ ਹੁੰਦੇ ਨੇ ਅੰਦਰ। ਤੇ ਇਹ ਇਸ ਕਰਕੇ ਜਿਹੜੇ ਕਾਨੂੰਨ ਨੇ ਇਹਨਾਂ 'ਚ ਬਹੁਤ ਅਮੈਂਡਮੈਂਟ ਹੋਣੀ ਜ਼ਰੂਰੀ ਹੈ। ਤੇ ਇਹ ਇਕੱਲਾ ਇੱਕ ਬੰਦਾ ਜਾਂ ਮੈਂ ਇੱਕ ਕਿਤਾਬ ਲਿਖਣ ਵਾਲਾ ਨਹੀਂ ਕਰ ਸਕਦਾ ਜਦ ਤੱਕ ਸਾਰਾ ਸਮਾਜ ਨਹੀਂ ਇਕੱਠਾ ਹੁੰਦਾ। ਤੇ ਕਿਉਂਕਿ ਅੱਜ ਕੱਲ੍ਹ ਜ਼ਮਾਨਾ ਹੈ ਕਿ ਜਦੋਂ ਵੀ ਸਮਾਜ ਜਿਹੜਾ ਇਕੱਠ ਕਰਦਾ ਉਹਦੀ ਸੁਣਵਾਈ ਹੁੰਦੀ ਹੈ।
ਇਕੱਲੇ ਬੰਦੇ ਦੀ ਕੋਈ ਸੁਣਵਾਈ ਨਹੀਂ ਹੁੰਦੀ, ਸਾਰੇ ਸਮਾਜ ਨੂੰ ਜਾਗਰੂਕ ਹੋਣਾ ਚਾਹੀਦਾ ਹੈ। ਇਹ ਜਿਹੜੇ ਸਾਡੇ ਵੋਟ ਦੇਣ ਤੋਂ ਪਹਿਲਾਂ ਆਪਾਂ ਨੂੰ ਦੇਖਣਾ ਚਾਹੀਦਾ, ਸੋਚਣਾ ਚਾਹੀਦਾ ਕਿ ਇਹ ਵੋਟ ਕਿਹਨੂੰ ਦੇਣੀ ਹੈ ਤੇ ਉਹ ਸਮਾਜ ਲਈ ਕੀ ਕਰਨਾ ਉਹ ਬੰਦੇ ਨੇ। ਤੇ ਇਸ ਕਰਕੇ ਸਾਰੇ ਸਮਾਜ ਨੂੰ ਜਾਗਰੂਕ, ਜਦ ਤੱਕ ਸਾਰਾ ਸਮਾਜ ਨਹੀਂ ਹੁੰਦਾ ਤਦ ਤੱਕ ਜਿਹੜੇ ਕਾਨੂੰਨ ਨੇ, ਜਿਹੜੇ ਪੋਲੀਟੀਸ਼ੀਅਨ ਨੇ, ਜੁਡੀਸ਼ਰੀ ਨੇ, ਐਡਮਿਨਿਸਟ੍ਰੇਸ਼ਨ ਨੇ, ਇਹ ਜਿਹੜੇ ਨੇ ਇਹ ਤੁਹਾਡੇ ਰੀਚ 'ਚ ਨਹੀਂ ਰਹਿਣੇ, ਆਊਟ ਆਫ ਕੰਟਰੋਲ ਹੀ ਰਹਿਣੇ। ਇਹਨਾਂ ਨੇ ਆਪਣੀ ਮਨਮਾਨੀਆਂ ਕਰਦੀਆਂ ਰਹਿਣੀਆਂ। ਚਲੋ ਤੇ ਇਹ ਤਾਂ ਗੱਲ ਸਪਸ਼ਟ ਹੀ ਹੁੰਦੀ ਹੈ ਕਿ ਜਿਹੜੇ ਵੂਮਨ ਬੇਸਡ ਲਾਜ਼ ਹੈਗੇ ਨੇ ਉਹ ਸਾਰੇ ਹੀ ਮਤਲਬ ਬਹੁਤ ਜ਼ਿਆਦਾ ਉਸ ਤਰਫ ਇੱਕੋ ਸਾਈਡ, ਇੱਕੋ ਜੈਂਡਰ ਦੀ ਤਰਫ ਬਣਾਏ ਗਏ ਨੇ, ਜਿਹਦੇ ਕਰਕੇ ਬਹੁਤ ਸਾਰੀ ਲੇਡੀਜ਼ ਇਹਨੂੰ ਐਕਸਪਲੋਇਟ ਕਰ ਰਹੀਆਂ ਨੇ। ਠੀਕ ਹੈ, ਤੇ ਅਵੇਅਰਨੈਸ ਹੌਲੀ ਹੌਲੀ ਆ ਰਹੀ ਹੈ ਤੇ ਉਸ ਅਵੇਅਰਨੈਸ ਦੇ ਨਾਮ ਤੇ ਇਹ ਇੱਕ ਬੁੱਕ ਇੱਕ ਨਕੇਲ ਹੈਗੀ ਹੈ ਜਿਹੜੇ ਉਹ ਲੇਡੀਜ਼ ਮਿਸਯੂਜ਼ ਕਰ ਰਹੀਆਂ ਲਾਅ ਨੂੰ, ਜਿਹੜੇ ਰੇਪ ਦੇ ਕੇਸਿਸ ਨੂੰ, ਡਾਊਰੀ ਦੇ ਕੇਸਿਸ ਨੂੰ, ਮੇਨਟੇਨੈਂਸ ਦੇ ਕੇਸਿਸ ਨੂੰ ਉਹ ਕਰਨਗੀਆਂ। ਤੇ ਹੋਰ ਵੀ ਇਹ ਜਿਵੇਂ ਆ ਨਕੇਲ ਪਾ ਰਹੀ ਹੈ, ਇਸੇ ਤਰ੍ਹਾਂ ਦੀ ਹੋਰ ਵੀ ਬੁੱਕਸ ਅਸੀਂ ਸਾਡੇ ਸੀਨੀਅਰ ਕਾਉਂਸਲ ਮਨੀਸ਼ ਪੁਰੰਗ ਜੀ ਤੋਂ ਐਕਸਪੈਕਟ ਕਰਾਂਗੇ ਫਿਊਚਰ ਦੇ ਵਿੱਚ ਤੇ ਆਨ, ਤੇ ਇਹਦੇ ਇਹੋ ਜਿਹੇ ਟੌਪਿਕਸ ਦੇ ਵਿੱਚ ਐਕਸਪੈਂਸ਼ਨ ਪਾਰਟ 2 ਦੀ ਵੀ ਇਸ ਤਰ੍ਹਾਂ ਦੀ ਸਾਡੀ ਰਹੇਗੀ, ਕਿਉਂਕਿ ਟੌਪਿਕ ਹੀ ਇਹੋ ਜਿਹੇ ਨੇ, ਇਹ ਵਿਸ਼ੇ ਹੀ ਇਹੋ ਜਿਹੇ ਨੇ ਜਿਹਦੇ ਉੱਪਰ ਸੁਸਾਇਟੀ ਨੂੰ ਬਹੁਤ ਜ਼ਿਆਦਾ ਕੰਮ ਕਰਨ ਦੀ ਲੋੜ ਹੈ। ਥੈਂਕ ਯੂ ਸਰ, ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣਾ ਜ਼ਰੂਰੀ ਸਮਾਂ ਦੇਣ ਲਈ। ਥੈਂਕ ਯੂ ਜੀ।